ਕੁਛ ਪ੍ਰੇਮੀ ਸੇਵਾ ਕਰਨ ਆਉਂਦੇ ਹਨ, ਚਲੇ ਜਾਂਦੇ ਹਨ। ਕੁਛ ਦਿਨਾਂ ਬਾਅਦ ਜਾਂਦੇ ਹਨ, ਹਫ਼ਤੇ ਬਾਅਦ 1-2 ਦਿਨ। ਅਤੇ ਜਦੋਂ ਜਾਂਦੇ ਹਨ ਮੈਨੂੰ ਪੁੱਛ ਲੈਂਦੇ ਹਨ ਜਾਈ, ਅਤੇ ਮੈਂ ਕਹਿੰਦਾ ਹੁੰਦਾ ਨਹੀਂ। ਜਦੋਂ ਤੁਹਾਡਾ ਚਿੱਤ ਕਰੇ, ਖਿਆਲ ਆਵੇ ਤੁਹਾਨੂੰ ਆਪਣੇ ਘਰ ਦਾ, ਪਿੰਡ ਦਾ, ਉਦੋਂ ਚਲੇ ਜਾਓ। ਕਿਉਂਕਿ ਅਗਰ ਤੁਸੀਂ ਨਾ ਗਏ ਤਾਂ ਤੁਹਾਡਾ ਮਨ ਤਾਂ ਚਲੇ ਗਿਆ ਨਾ, ਅਤੇ ਮਨ ਚਲੇ ਗਿਆ ਤਾਂ ਸਰੀਰ ਦਾ ਇੱਥੇ ਕਿਆ ਕਰਨਾ ਹੈ ਮੈਂ। ਪਰ ਸਾਧੂ ਮਹਾਤਮਾ ਇੱਦਾਂ ਥੋੜ੍ਹੇ ਦੇਖਦੇ ਆ, ਉਹਨਾਂ ਨੂੰ ਤਾਂ ਸਰੀਰ ਨਾਲ ਮਤਲਬ ਹੁੰਦਾ ਕੰਮ ਕਰਾਉਣਾ। ਨਹੀਂ, ਸਰੀਰ ਕਰਕੇ ਇੱਥੇ ਰਹੋਗੇ, ਅਗਰ ਮਨ ਕਰਕੇ ਤੁਸੀਂ ਸੰਸਾਰ 'ਚ ਰਹੇ, ਤੁਸੀਂ ਮੁਕਤ ਥੋੜ੍ਹੀ ਹੋਵੋਗੇ। ਨਹੀਂ, ਜਦੋਂ ਮਨ ਕਰਕੇ ਤੁਸੀਂ ਇੱਥੇ ਆਓ, ਪੂਰੇ ਦੇ ਪੂਰੇ ਹੀ ਆਓ, ਪੂਰੇ ਦੇ ਪੂਰੇ ਹੀ ਰਹੋ, ਤਾਂ ਤੁਸੀਂ ਪਿੱਛੋਂ ਮੁਕਤ ਹੋਵੋਗੇ ਸੰਸਾਰ ਤੋਂ। ਅਤੇ ਪੂਰੇ ਦੇ ਪੂਰੇ ਉਦੋਂ ਹੀ ਤੁਸੀਂ ਇੱਥੇ ਰਹੋਗੇ ਜਦੋਂ ਤੁਹਾਨੂੰ ਲੱਗੇਗਾ ਵੀ ਤੁਸੀਂ ਸੁਤੰਤਰ ਹੋ, ਤੁਹਾਨੂੰ ਜ਼ਬਰਦਸਤੀ ਇੱਥੇ ਨਹੀਂ ਰੱਖਿਆ ਜਾ ਰਿਹਾ। ਖਿਆਲ ਵਿੱਚ ਰੱਖੋ, ਜਦੋਂ ਤੁਸੀਂ ਆਪਣੇ ਸਵਾਰਥ ਕਰਕੇ ਕਿਸੇ ਨੂੰ ਕੋਲ ਰੱਖਦੇ ਹੋ ਸੱਦ ਕੇ, ਅਗਲਾ ਨਹੀਂ ਰਹਿਣਾ ਚਾਹੁੰਦਾ, ਤੁਸੀਂ ਸਵਾਰਥ ਕਰਕੇ ਸੱਦ ਰਹੇ ਹੋ, ਅਤੇ ਤੁਸੀਂ ਵੀ ਬੰਧਨ ਦੇ ਵਿੱਚ ਹੋ ਅਤੇ ਅਗਲੇ ਨੂੰ ਵੀ ਬੰਧਨ ਦੇ ਵਿੱਚ ਪਾਓਗੇ। ਖਿਆਲ ਵਿੱਚ ਰੱਖੋ, ਕਿਉਂਕਿ ਤੁਸੀਂ ਬੰਧਨ ਦੇ ਵਿੱਚ ਹੋ ਹੀ। ਹੁਣ ਸਰੀਰ ਨੂੰ ਕੋਈ ਪ੍ਰੋਬਲਮ ਆ ਗਈ, ਗੋਡੇ ਦਰਦ ਕਰਨ ਲੱਗ ਪਏ, ਜਾਂ ਲੱਕ ਦਰਦ ਕਰਦਾ ਹੈ, ਜਾਂ ਕੋਈ ਹੋਰ ਸਮੱਸਿਆ ਹੈ, ਕਈ ਸੱਦ ਲੈਂਦੇ ਹਨ ਦੂਸਰੇ ਨੂੰ, ਮੇਰੀ ਸੇਵਾ ਕਰ, ਆਣ ਕੇ ਦੇਖਭਾਲ ਕਰ। ਅਤੇ ਮੋਹ ਦਾ ਕੋਈ ਸੰਬੰਧ ਬਣਾਇਆ ਹੋਇਆ ਹੈ, ਅਤੇ ਤੁਸੀਂ ਆਪਣੇ ਸਵਾਰਥ ਕਰਕੇ ਸੱਦ ਰਹੇ ਹੋ ਦੂਸਰੇ ਨੂੰ। ਤੁਹਾਨੂੰ ਸਰੀਰ ਦੇ ਨਾਲ ਮੋਹ ਹੈ, ਤੁਸੀਂ ਬੰਧੇ ਹੋਏ ਹੋ ਸਰੀਰ ਦੇ ਨਾਲ, ਅਤੇ ਸਰੀਰ ਦੇ ਨਾਲ ਅਗਰ ਬੰਧੇ ਹੋਏ ਹੋ ਤੁਸੀਂ, ਅਤੇ ਦੂਸਰੇ ਨੂੰ ਹੀ ਬੰਧਨ ਦੇ ਵਿੱਚ ਪਾਓਗੇ। ਫਿਰ ਸਰੀਰ ਦੇ ਨਾਲ ਨਹੀਂ, ਇਹ ਸਰੀਰ ਦੁਬਾਰਾ ਦੂਸਰੇ ਸਰੀਰਾਂ ਨਾਲ ਵੀ ਬੰਧੇ ਹੋਏ ਹੋ, ਉਹਨਾਂ ਤੋਂ ਵੀ ਦੂਰ ਨਹੀਂ ਜਾ ਸਕਦੇ ਹੋ। ਅਤੇ ਜਿਹੜਾ ਬੰਧਾ ਹੋਇਆ ਹੈ ਸਰੀਰ ਨਾਲ, ਤਾਂ ਉਹ ਹੀ ਸਵਾਰਥੀ ਹੈ। ਅਤੇ ਜਿਹੜਾ ਸਵਾਰਥੀ ਹੈ ਉਹ ਤਾਂ ਬੰਧਨ ਦੇ ਵਿੱਚ ਹੈ। ਉਹ ਕਹਿੰਦਾ ਹੈ ਮੇਰੀ ਸੇਵਾ ਕਰੋ, ਮੈਨੂੰ ਜ਼ਰੂਰਤ ਹੈ ਤੁਹਾਡੀ, ਮੇਰੇ ਕੋਲ ਰਹੋ। ਸਤਿਪੁਰਖ ਕਦੇ ਇੱਦਾਂ ਥੋੜ੍ਹੇ ਕਹਿੰਦੇ ਹਨ। ਤੁਸੀਂ ਸੋਚੋ ਵੀ ਬਾਬੇ ਨਾਨਕ ਇੱਦਾਂ ਥੋੜ੍ਹੇ ਕਿਹਾ ਹੋਏਗਾ ਬਾਬੇ ਲਹਿਣੇ ਨੂੰ, ਜਾਂ ਗੁਰੂ ਅਮਰਦਾਸ ਜੀ ਨੇ ਕਿਹਾ ਹੋਊਗਾ ਰਾਮਦਾਸ ਜੀ ਨੂੰ, ਤੂੰ ਬੜੀ ਸੇਵਾ ਕਰਦਾ, ਸਾਡੇ ਕੋਲ ਰਹਿ। ਨਹੀਂ, ਉਹ ਕੋਈ ਸਵਾਰਥੀ ਥੋੜ੍ਹੀ ਸਨ। ਉਹ ਕਹਿੰਦੇ ਸਨ ਵੀ ਤੁਸੀਂ ਅਗਰ ਮੁਕਤ ਹੋਣਾ ਹੈ ਅਤੇ ਮੇਰੇ ਕੋਲ ਰਹੋ। ਮੁਕਤ ਹੋਣ ਵਾਸਤੇ, ਬੰਧਨ ਮੁਕਤ ਹੋਣ ਵਾਸਤੇ। ਅਤੇ ਜਿਹੜਾ ਆਪ ਬੰਧਨ ਮੁਕਤ ਹੈ ਉਹ ਦੂਸਰੇ ਨੂੰ ਬੰਧਨ ਮੁਕਤ ਕਰਦਾ ਹੈ, ਸੁਤੰਤਰ ਕਰਦਾ ਹੈ ਭਾਵ। ਅਤੇ ਬੰਧਨ ਹੈ ਸੰਸਾਰ, ਸੰਸਾਰ ਦੇ ਨਾਲ ਸੁਰਤ ਜੁੜੀ ਹੈ। ਪਹਿਲਾਂ ਤਾਂ ਆਪਣਿਆਂ ਦੇ ਨਾਲ ਜੁੜੀ ਹੈ, ਪਰਿਵਾਰ ਦੇ ਨਾਲ ਜੁੜੀ ਹੈ, ਕਾਰੋਬਾਰਾਂ ਦੇ ਨਾਲ ਜੁੜੀ ਹੈ, ਫਿਰ ਆਪਣੀਆਂ ਆਦਤਾਂ ਦੇ ਨਾਲ ਜੁੜੀ ਹੈ, ਉਹ ਵੀ ਬੰਧਨ ਹੈ। ਆਦਤਾਂ ਨਹੀਂ ਛੁੱਟਦੀਆਂ ਬੰਦੇ ਤੋਂ। ਮਨ ਦੇ ਨਾਲ ਜੁੜੀ ਹੈ, ਵਿਚਾਰਾਂ ਦੇ ਨਾਲ ਜੁੜੀ ਹੈ, ਵਿਚਾਰ ਇੱਥੋਂ ਪਹਿਰ ਚੱਲ ਰਹੇ ਹਨ, ਉਹ ਨਹੀਂ ਛੁੱਟਦੇ ਹਨ। ਅਤੇ ਕਿੱਥੇ ਕਿੱਥੇ ਸੁਰਤ ਜੁੜੀ ਹੋਈ ਹੈ, ਉੱਥੇ ਉੱਥੇ ਹੀ ਬੰਧਨ ਹੈ, ਲਗਾਵ ਹੈ, ਬਾਹਰ ਜੁੜਿਆ ਹੋਇਆ ਹੈ ਮਨ, ਉਹ ਹੀ ਬੰਧਨ ਹੈ ਨਾ। ਬੰਧਨ ਮੁਕਤ ਸੋ ਆਖੀਏ ਮਰ ਜੀਵੇ ਮਰੀ।
ਜਿਹੜਾ ਸੰਸਾਰ ਵੱਲੋਂ ਮਰ ਗਿਆ ਉਹ ਬੰਧਨ ਮੁਕਤ ਹੋ ਗਿਆ। ਪਰ ਸੰਸਾਰ ਵੱਲ ਨੂੰ ਮਰਨਾ ਕਠਿਨ ਹੈ। ਸੰਸਾਰ ਵੱਲੋਂ ਮਰਨ ਦਾ ਭਾਵ ਕਿ ਸੰਸਾਰ ਦਾ ਤਿਰਸਕਾਰ ਕਰ ਦਿੱਤਾ ਤੇ ਲੋਕ ਸੰਸਾਰੀ ਨਾਰਾਜ਼ ਹੋ ਜਾਣਗੇ ਇਹ ਸਾਡੇ ਵੱਲੋਂ ਬੇਮੁਖ ਹੋ ਗਿਆ। ਸੰਸਾਰ ਵੱਲੋਂ ਬੇਮੁਖ ਹੋਣਾ ਹੈ। ਫਿਰ ਹੀ ਆਦਮੀ ਪਰਮਾਤਮਾ ਵੱਲ ਉਨਮੁਖ ਹੁੰਦਾ ਹੈ। ਕਹਿ ਲਈ ਉਧਰੋਂ ਬੇਮੁਖ ਹੋਗੇ ਤਾਂ ਹੀ ਗੁਰਮੁਖ ਹੋਵੋਗੇ ਨਾ। ਤੇ ਸੰਸਾਰ ਵੱਲੋਂ ਜਿਹੜਾ ਬੇਮੁਖ ਹੋ ਗਿਆ ਮੁੱਖ ਮੋੜ ਲਿਆ ਸੰਸਾਰ ਵੱਲ। ਇੱਕ ਪੜ੍ਹਦੇ ਹਨ ਨਾ ਭਜਨ, ਦੁਨੀਆ ਮੁੱਖ ਮੋੜ ਲਵੇ ਤੂੰ ਮੁਖੜਾ ਨਾ ਮੋੜੀ। ਪਰ ਇਹ ਭਜਨ ਬਹੁਤ ਗਲਤ ਹੈ। ਜਿਹੜਾ ਕਹਿ ਰਿਹਾ ਹੈ ਉਹ ਬਿਲਕੁਲ ਸੰਸਾਰੀ ਹੈ। ਉਹਨੂੰ ਪਤਾ ਨਹੀਂ ਹੈ ਵੀ ਪਰਮਾਤਮਾ ਮੁੱਖ ਨਹੀਂ ਮੋੜਦਾ ਹੈ। ਤੁਸੀਂ ਮੁੱਖ ਮੋੜ ਲੈਂਦੇ ਹੋ, ਸੰਸਾਰ ਵੱਲ ਨੂੰ ਕਰ ਲੈਂਦੇ ਹੋ ਆਪਣਾ ਮੁੱਖ। ਤੁਸੀਂ ਮੋੜੋ ਪਰਮਾਤਮਾ ਵੱਲ ਨੂੰ। ਤੁਸੀਂ ਪਰਮਾਤਮਾ ਨੂੰ ਕਹਿੰਦੇ ਹੋ ਤੂੰ ਮੁਖੜਾ ਨਾ ਮੋੜੀ, ਹੱਦ ਹੋ ਗਈ। ਪਰਮਾਤਮਾ ਥੋੜ੍ਹੀ ਮੁਖੜਾ ਮੋੜਦਾ। ਜੇ ਮੋੜ ਹੀ ਲਵੇ ਤਾਂ ਤੁਸੀਂ ਜੀਵੋਗੇ ਕਿਵੇਂ? ਉਹ ਨਹੀਂ ਮੋੜਦਾ ਹੈ ਮੁਖੜਾ। ਉਹ ਮੋੜ ਲਵੇ ਤਾਂ ਸੰਸਾਰ ਚੱਲੇਗਾ ਕਿਵੇਂ? ਤੁਸੀਂ ਸੋਚੋ ਤਾਂ ਸਹੀ। ਨਹੀਂ, ਤੁਸੀਂ ਮੁਖੜਾ ਮੋੜਿਆ ਹੋਇਆ। ਤੁਸੀਂ ਕਰਵਟ ਬਦਲੀ ਹੋਈ ਹੈ। ਸੰਸਾਰ ਵੱਲੋਂ ਕਰਵਟ ਕਰਕੇ ਪਏ ਹੋ। ਮੁੱਖ ਸੰਸਾਰ ਵੱਲੋਂ। ਤੁਸੀਂ ਮੁਖੜਾ ਮੋੜੋ, ਇੱਧਰ ਕਰੋ। ਤੇ ਸੰਸਾਰ ਵੱਲੋਂ ਜਿਹੜਾ ਮੁਖੜਾ ਮੋੜਦਾ ਹੈ ਤਾਂ ਸੰਸਾਰ ਵੀ ਨਾਰਾਜ਼ ਹੁੰਦਾ। ਸੰਸਾਰ ਇੱਕ ਕਿਸਮ ਦਾ ਛੱਡਣਾ ਹੀ ਹੁੰਦਾ ਹੈ, ਤਿਆਗਣਾ ਹੀ ਹੁੰਦਾ ਹੈ। ਮੁਖੜਾ ਮੋੜਨ ਦਾ ਭਾਵ ਹੁੰਦਾ ਭਾਵੇਂ ਵਿੱਚ ਰਹਿ ਕੇ ਮੋੜੋ, ਪਰ ਵਿੱਚ ਰਹਿ ਕੇ ਮੋੜਨਾ ਬਹੁਤ ਕਠਿਨ ਹੈ। ਖਿਆਲ ਵਿੱਚ ਰੱਖਿਓ। ਕੱਲ੍ਹ ਹੀ ਇੱਕ ਬਜ਼ੁਰਗ ਇੱਥੇ ਆਏ ਸਨ ਮਿਲਣ ਵਾਸਤੇ। ਕਹਿੰਦੇ ਬੜਾ ਕਠਿਨ ਹੈ ਘਰ ਦੇ ਵਿੱਚ ਰਹਿ ਕੇ ਧਿਆਨ ਕਰਨਾ। ਕਹਿੰਦੇ ਸਾਰੇ ਹੀ ਖਿੱਚਦੇ ਹਨ ਬਾਹਰ ਨੂੰ ਸੁਰਤ। ਜਿਹੜਾ ਜਾਣਦਾ ਉਹਨੂੰ ਪਤਾ ਲੱਗਦਾ ਹੀ ਹੈ ਵੀ ਹਰੇਕ ਕੋਈ ਆਪਣੇ ਵੱਲ ਨੂੰ ਖਿੱਚ ਰਿਹਾ ਹੈ, ਕਿਉਂਕਿ ਹਰੇਕ ਕੋਈ ਸਵਾਰਥੀ ਹੈ। ਮੇਰੇ ਵੱਲ ਕਿਉਂ ਨਹੀਂ ਦੇਖਦੇ? ਮੇਰੀ ਖਬਰ ਕਿਉਂ ਨਹੀਂ ਲਈ? ਮੇਰਾ ਹਾਲ ਚਾਲ ਕਿਉਂ ਨਹੀਂ ਪੁੱਛਿਆ? ਮੈਂ ਤੁਹਾਡਾ ਇੰਨਾ ਕੀਤਾ। ਕਰਦੇ ਵੀ ਲੋਕ ਇਸੇ ਕਰਕੇ ਹਨ। ਇੰਨਾ ਭਲਾ ਕੀਤਾ, ਇੰਨੇ ਕੰਮ ਕੀਤੇ, ਤੁਸੀਂ ਮੇਰੀ ਖਬਰ ਨਹੀਂ ਲਈ। ਦੱਸੋ, ਸਵਾਰਥੀ ਹਨ ਨਾ ਅਤੇ ਖਿੱਚ ਰਹੇ ਹਨ। ਪਰ ਪਰਮਾਰਥਿਕ ਇੱਦਾਂ ਥੋੜ੍ਹੀ ਕਹਿੰਦਾ ਹੈ ਵੀ ਮੇਰੀ ਖਬਰ ਲਓ। ਨਹੀਂ, ਉਹ ਦੇਖੋ ਫਿਰ ਖਿਆਲ ਵਿੱਚ ਰੱਖੋ ਵੀ ਤੁਸੀਂ ਤਾਂ ਬਾਹਰੋਂ ਕਈਆਂ ਦੇ ਕੰਮ ਕਰਾਉਂਦੇ ਹੋ ਥੋੜ੍ਹੇ ਬਹੁਤੇ। ਕਿਸੇ ਨੂੰ ਹੈਲਪ ਦੇ ਦਿੰਦੇ ਹੋ, ਕਿਸੇ ਦੀ ਸੇਵਾ ਕਰ ਦਿੰਦੇ ਹੋ। ਪਰ ਉਹ ਪਰਮ ਸੇਵਾ ਕਰਕੇ ਵੀ ਐਸਾ ਪ੍ਰਗਟ ਨਹੀਂ ਕਰਦੇ ਹਨ ਵੀ ਮੈਂ ਤੁਹਾਡੇ ਵਾਸਤੇ ਕੁਛ ਕਰ ਰਿਹਾ। ਐਸਾ ਕਿਹਾ ਵੀ ਹੈ ਨਾ, ਸੇਵਾ ਕੋ ਦੋ ਭਲੇ ਇੱਕ ਸੰਤ ਇੱਕ ਰਾਮ, ਰਾਮ ਦੇ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਦੇਖੋ, ਸੇਵਾ ਸ੍ਰੇਸ਼ਟਤਮ। ਅਤੇ ਉਹ ਜਣਾਉਂਦੇ ਨਹੀਂ ਹਨ ਕਿਉਂਕਿ ਉਹ ਸਹਿਜ ਕਰਦੇ ਹਨ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਉਹ ਜਾਣਦੇ ਹਨ ਵੀ ਅਸੀਂ ਕੁਛ ਨਹੀਂ ਕਰ ਰਹੇ ਹਨ। ਉਹ ਕਰਤਾ ਭਾਵ ਦੁਆਰਾ ਕੁਛ ਥੋੜ੍ਹੀ ਕਰਦੇ ਆ। ਉਹ ਐਸਾ ਥੋੜ੍ਹੇ ਸੋਚਦੇ ਹਨ ਵੀ ਅਸੀਂ ਮੁਕਤ ਕਰ ਰਹੇ ਹਾਂ। ਉਹ ਕਹਿੰਦੇ ਹਨ ਐਸਾ ਤੁਸੀਂ ਮੁਕਤ ਹੋ ਸਕਦੇ ਹੋ, ਐਸੇ ਧਿਆਨ ਹਟਾਓ ਅਤੇ ਐਸਾ ਸੰਗ ਕਰੋ ਜੈਸਾ ਸੰਗ ਬਾਬੇ ਲਹਿਣੇ ਨੇ ਕੀਤਾ ਸੀ ਅਤੇ ਅੰਗਦ ਹੋ ਗਏ ਸੀ, ਅੰਗ ਨਾਲ ਜੁੜ ਗਏ।
ਐਸਾ ਸੰਗ ਕੀਤਾ ਭੇਦ ਨਹੀਂ ਰਹਿ ਗਿਆ। ਭਾਵ ਕਿ ਗੁਰੂ ਨਾਨਕ ਦੇਵ ਜੀ ਦੇ ਸੁਭਾਅ ਦੇ ਨਾਲ ਆਪਣਾ ਸੁਭਾਅ ਮਿਲਾ ਦਿੱਤਾ, ਅੰਦਰੋਂ ਆ ਭੇਦ ਹੋ ਗਿਆ। ਸਰੀਰ ਕਰਕੇ ਤਾਂ ਭੇਦ ਰਹੇਗਾ ਹੀ ਰਹੇਗਾ, ਸਰੀਰ ਥੋੜ੍ਹੀ ਦੋ ਇੱਕ ਹੋ ਜਾਣਗੇ। ਜਿਵੇਂ ਦੋ ਦੀਵੇ ਹਨ, ਉਹ ਤਾਂ ਦੋ ਹੀ ਰਹਿਣਗੇ, ਜੋਤੀ ਇੱਕ ਹੋ ਜਾਂਦੀ ਹੈ, ਦੋਵਾਂ ਨੂੰ ਮਿਲਾਓ ਅਤੇ ਮਿਕਸ ਹੋ ਜਾਂਦੀ, ਮਿਲ ਜਾਂਦੀ, ਪਤਾ ਵੀ ਨਹੀਂ ਲੱਗਦਾ। ਇੱਕੋ ਹੀ ਹੁੰਦੀ ਨਾ, ਤਾਂ ਨਹੀਂ ਪਤਾ ਲੱਗਦਾ। ਇੱਦਾਂ ਅੰਦਰੋਂ ਜੋਤ ਮਿਲਦੀ ਹੈ, ਜੋਤ ਮਿਲਦੀ ਹੈ ਸੁਭਾਵ ਕਰਕੇ। ਤੇ ਜੈਸਾ ਸੁਭਾਵ ਹੈ ਸਤਿਪੁਰਖ ਦਾ, ਤੇ ਉਹਦਾ ਸੁਭਾਵ ਹੈ ਬਿਲਕੁਲ ਨਿਰਮਲ, ਨਿਰਦੋਸ਼, ਨਿਰਵੈਰ। ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦਵੈਸ਼ ਨਹੀਂ। ਤੇ ਉਹ ਦੂਸਰਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਕਿਸੇ ਨਾਲ ਈਰਖਾ ਨਹੀਂ ਕਰਨੀ, ਨਫ਼ਰਤ ਨਹੀਂ ਕਰਨੀ। ਅਗਰ ਈਰਖਾ ਕਰੋਗੇ ਦੂਸਰੇ ਨਾਲ, ਦੂਸਰੇ ਦੇ ਔਗਣ ਦੇਖੋਗੇ, ਫਿਰ ਦੂਸਰੇ ਦੀ ਔਗਣਾਂ ਦੀ ਚਰਚਾ ਦੂਸਰਿਆਂ ਕੋਲ ਕਰੋਗੇ। ਇਹੋ ਹੀ ਤਾਂ ਨਿੰਦਾ ਹੈ। ਇਹਦੇ ਨਾਲ ਮਨ ਚੱਲਦਾ ਹੈ, ਤੁਹਾਡਾ ਮਨ ਚੱਲੇਗਾ। ਤੇ ਨਿੰਦਾ ਕਰਨ ਵਾਲੇ ਨੂੰ ਐਸਾ ਕਿਹਾ ਹੈ, ਜਿਵੇਂ ਕੱਲ੍ਹ ਹੀ ਬਜ਼ੁਰਗ ਜਿਹੜੇ ਆਏ ਸਨ ਨਾ, ਉਹ ਇੱਕ ਕਹਾਣੀ ਸੁਣਾਇਆ ਕਰਦੇ ਸਨ, ਕਥਾਵਾਚਕ। ਅਜੈ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਉਦੋਂ ਜੋ ਸੁਣੀ ਸੀ ਉਹ ਅਧੂਰੀ ਸੀ। ਇਹਨਾਂ ਨੇ ਜਦੋਂ ਪੂਰੀ ਸੁਣਾਈ ਤਾਂ ਮੈਨੂੰ ਬੜੀ ਪਿਆਰੀ ਲੱਗੀ ਉਹ ਕਹਾਣੀ। ਤੁਸੀਂ ਵੀ ਥੋੜ੍ਹੀ ਸੁਣੋ, ਸ਼ਾਇਦ ਖਿਆਲ ਵਿੱਚ ਆ ਸਕੇ। ਕਹਿੰਦੇ ਹਨ ਵੀ ਅਜੈ ਰਾਜਾ ਜਿਹੜਾ ਸੀ ਨਾ, ਉਹ ਬੜਾ ਦਾਨੀ ਸੀ। ਇੱਕ ਵਾਰ ਤਬੇਲੇ ਦੇ ਵਿੱਚ ਘੁੰਮ ਰਿਹਾ ਸੀ ਅਤੇ ਉੱਥੇ ਕੋਈ ਫਕੀਰ ਆਇਆ ਭਿਕਸ਼ਾ ਮੰਗਣ ਵਾਸਤੇ। ਅਤੇ ਫਕੀਰ ਨੇ ਜਿੱਦ ਕੀਤੀ ਹੋਊਗੀ ਵੀ ਹੁਣੇ ਦੇ ਦੇ, ਅਤੇ ਉਹਨੇ ਚੱਕ ਕੇ ਲਿੱਦ ਪਾ ਦਿੱਤੀ ਉਹਦੇ ਪਾਤਰ ਦੇ ਵਿੱਚ, ਤੋਂ ਚਲੇ ਗਿਆ। ਕਹਿੰਦੇ ਕਾਫੀ ਸਾਲਾਂ ਦੇ ਬਾਅਦ ਉਹ ਕਿਤੇ ਸ਼ਿਕਾਰ ਕਰਨ ਵਾਸਤੇ ਜਾਂ ਜੰਗਲ ਘੁੰਮਣ ਵਾਸਤੇ ਗਿਆ ਹੋਵੇਗਾ, ਅਤੇ ਉੱਥੇ ਉਹਨੇ ਲਿੱਦ ਦਾ ਢੇਰ ਦੇਖਿਆ ਫਕੀਰ ਦੀ ਝੌਂਪੜੀ ਕੋਲ। ਤੋ ਹੈਰਾਨ ਹੋ ਗਿਆ ਵੀ ਇੰਨੇ ਘੋੜੇ ਇੱਥੇ ਦਿਖਦੇ ਤੇ ਹੈ ਨਹੀਂ, ਪਰ ਲਿੱਦ ਦਾ ਢੇਰ ਕਿਵੇਂ? ਉਹ ਫਕੀਰ ਨੂੰ ਪੁੱਛਿਆ। ਫਕੀਰ ਨੇ ਦੱਸਿਆ ਵੀ ਇੱਦਾਂ ਇੱਕ ਸਮਰਾਟ ਸੀ ਅਤੇ ਉਹਨੇ ਮੈਨੂੰ ਭਿਕਸ਼ਾ ਦਿੱਤੀ ਸੀ, ਅਤੇ ਦਾਨ ਤਾਂ ਹਮੇਸ਼ਾ ਵੱਧਦਾ ਹੀ ਹੈ। ਅਤੇ ਉਦੋਂ ਦਾ ਵੱਧ ਰਿਹਾ, ਵੱਧ ਵੱਧ ਕੇ ਕਿੱਡਾ ਢੇਰ ਬਣ ਗਿਆ। ਅਤੇ ਉਹ ਕਹਿੰਦਾ ਵੀ ਰਾਜਾ ਤਾਂ ਮੈਂ ਉਹੋ ਹੀ ਹਾਂ ਜਿਹਨੇ ਦਿੱਤਾ ਸੀ ਇਹ ਦਾਨ, ਪਰ ਹੁਣ ਇਹ ਸਮਾਪਤ ਕਿਵੇਂ ਕੀਤਾ ਜਾ ਸਕਦਾ? ਉਹ ਫਕੀਰ ਕਹਿੰਦਾ ਵੀ ਇਹ ਸਮਾਪਤ ਕੀਤਾ ਜਾ ਸਕਦਾ ਜੇ ਤੂੰ ਸਾਰਾ ਖਾ ਲੈ। ਉਹ ਹੈਰਾਨ ਹੋ ਗਿਆ ਵੀ ਐਡਾ ਵੱਡਾ ਢੇਰ ਮੈਂ ਖਾਊਂਗਾ ਕਿਵੇਂ? ਉਹ ਫਕੀਰ ਕਹਿੰਦਾ ਵੀ ਇੱਕ ਹੋਰ ਤਰੀਕਾ ਹੈ ਵੀ ਇਹ ਦੂਸਰਿਆਂ ਨੂੰ ਖਵਾ ਦੇ, ਆਪਣੇ ਜਿਹੜੇ ਨਗਰ ਦੇ ਹਨ, ਰਾਜਧਾਨੀ ਦੇ ਲੋਕ, ਉਹਨਾਂ ਨੂੰ ਖਵਾ ਦੇ। ਉਹ ਕਹਿੰਦਾ ਵੀ ਉਹਨਾਂ ਨੂੰ ਕਿਵੇਂ ਖਵਾਊਂਗਾ? ਲੋਕ ਮੰਨਦੇ ਹਨ ਲਿੱਦ ਖਾਣ, ਕਿਤੇ ਕੋਈ ਤਿਆਰ ਹੋਊਗਾ? ਉਹ ਕਹਿੰਦਾ ਇੱਦਾਂ ਨਹੀਂ ਹੋਊਗਾ, ਤਰੀਕਾ ਮੈਂ ਦੱਸ ਦਿੰਦਾ। ਵੀ ਆਪਣੀ ਨਿੰਦਾ ਕਰਾ ਲਾ ਸਾਰੇ ਸ਼ਹਿਰ ਦੇ ਵਿੱਚ, ਤੋਂ ਨਿੰਦਕ ਦੇ ਜਿਹੜੇ ਹਨ ਨਾ, ਉਹ ਸਾਰੀ ਲਿੱਦ ਤੇਰੀ ਸਮਾਪਤ ਕਰ ਦੇਣੀ। ਕਹਿੰਦੇ ਉਹਨੇ ਐਸਾ ਹੀ ਕੀਤਾ ਜੈਸਾ ਲੋਕ ਨਹੀਂ ਚਾਹੁੰਦੇ ਹਨ ਸਮਰਾਟ ਨੂੰ, ਵੈਸਾ ਉਹਨੇ ਕੀਤਾ। ਸਾਰੇ ਸ਼ਹਿਰ ਦੇ ਵਿੱਚ ਨਿੰਦਾ ਹੋਣੀ ਸ਼ੁਰੂ ਹੋ ਗਈ, ਅਪਮਾਨ ਕਰਨ ਲੱਗ ਪਏ ਲੋਕ ਵੀ ਰਾਜਾ ਦੇਖੋ ਕਾਮੀ ਹੋ ਗਿਆ, ਇਹਦਾ ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਿਆ, ਜੇ ਹੋ ਗਿਆ ਉਹ ਹੋ ਗਿਆ। ਖੂਬ ਨਿੰਦਾ ਕੀਤੀ। ਕਹਿੰਦੇ ਹਨ ਉਹ ਲਿੱਦ ਬਿਲਕੁਲ ਸਮਾਪਤ ਹੋ ਗਈ, ਥੋੜ੍ਹੀ ਜਿਹੀ ਰਹਿ ਗਈ। ਅਤੇ ਸਮਰਾਟ ਨੇ ਕਿਹਾ ਵੀ ਆਹ ਥੋੜ੍ਹੀ ਜਿਹੀ ਕਿਵੇਂ ਰਹਿ ਗਈ?
ਉਹ ਫਕੀਰ ਕਹਿੰਦਾ ਵੀ ਇੱਕ ਕੋਈ ਸਾਧੂ ਮਹਾਤਮਾ ਹੈ, ਉਹ ਜਾਣ ਗਿਆ ਹੈ। ਉਹ ਕਹਿੰਦਾ ਵੀ ਮੈਂ ਲਿੱਧ ਨਹੀਂ ਖਾਣੀ, ਸਾਰੇ ਸ਼ਹਿਰ ਦੇ ਖਾਈ ਜਾਣ। ਤਾਂ ਮੈਨੂੰ ਖਿਆਲ ਆਇਆ, ਦੇਖੋ ਲਿੱਧ ਖਾਣਾ, ਨਿੰਦਕ ਜਿਹੜਾ ਉਹ ਲਿੱਧ ਖਾਂਦਾ, ਗੰਦਗੀ ਖਾਂਦਾ ਹੈ। ਐਸਾ ਇੱਕ ਸ਼ਬਦ ਵੀ ਹੈ ਕਬੀਰ ਜੀ ਦਾ, ਮੈਂ ਕਿਤੇ ਪੜ੍ਹਿਆ ਸੀ ਵੀ ਮਾਂ ਤੇ ਹੱਥ ਨਾਲ ਗੰਦਗੀ ਸਾਫ਼ ਕਰਦੀ ਹੈ, ਨਿੰਦਕ ਜੀਭ ਨਾਲ ਕਰਦਾ ਹੈ, ਗੰਦਗੀ ਖਾਂਦਾ ਹੈ, ਦੂਸਰੇ ਦੇ ਔਗਣ ਫਰੋੜਦਾ ਹੈ, ਨਿੰਦਾ ਕਰਦਾ। ਤੇ ਨਿੰਦਾ ਪੈਦਾ ਹੁੰਦੀ ਹੈ ਦੂਸਰੇ ਨੂੰ ਬੁਰਾ ਦੇਖ ਕੇ। ਤੇ ਮੈਂ ਇੱਥੇ ਇਹੋ ਕਹਿਣਾ ਹਾਂ ਵੀ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾ ਹੀ ਪਾਈ ਮੀਤ। ਦੂਸਰੇ 'ਚ ਬੁਰਿਆਈ ਨਾ ਦੇਖੋ, ਤੁਸੀਂ ਬੰਧਨ ਮੁਕਤ ਹੁੰਦੇ ਜਾਓਗੇ। ਪਹਿਲਾਂ ਤਾਂ ਸੰਸਾਰ ਤੋਂ ਮੁਕਤ ਹੋ ਰਹੇ ਹੋ, ਫਿਰ ਇਹ ਮਨ ਦੀਆਂ ਆਦਤਾਂ ਤੋਂ ਹੀ ਨਾਲ ਨਾਲ ਮੁਕਤ ਹੁੰਦੇ ਰਹਿਣਾ। ਅਤੇ ਹੌਲੀ ਹੌਲੀ ਇਹਨਾਂ ਨੂੰ ਸੁਤੰਤਰਤਾ ਦਾ ਬੋਧ ਹੋ ਰਿਹਾ। ਕਈ ਜਾਂਦੇ ਹਨ ਘਰ ਨੂੰ, ਫਟਾਫਟ ਨੱਠ ਆਉਂਦੇ ਹਨ, ਕਹਿੰਦੇ ਹਨ ਉੱਥੇ ਤਾਂ ਬੜੀ ਪ੍ਰਤੰਤਰਤਾ ਹੈ। ਥੋੜ੍ਹਾ ਜਿਹਾ ਸੁਤੰਤਰਤਾ ਦਾ ਬੋਧ ਹੋਇਆ ਨਾ, ਅਤੇ ਹੌਲੀ ਹੌਲੀ ਪਤਾ ਲੱਗਦਾ ਹੈ ਜਿਵੇਂ ਜਿਵੇਂ ਸੁਤੰਤਰ ਹੋ ਤਿਵੇਂ ਤਿਵੇਂ ਸੁਤੰਤਰਤਾ ਦਾ ਰਸ ਵੀ ਆਉਂਦਾ ਹੈ, ਤਦਾ ਰਸ ਵੀ ਆਉਂਦਾ ਹੈ, ਤਦਾ ਰਸ ਵੀ